पीटीसी न्यूज़ देख रहे दर्शकों का स्वागत है। वाहिगुरू जी का खालसा वाहिगुरू जी की फतेह। और इस वक्त असी मलेशिया की धरती के उपर खड़े हैं। पैतालिंग जाया के गुरु घर के असी खड़े हैं। मेरे नाल नौजवान इत्थे तुसीं वेख रहे हैगे हो, ਜਿਹੜੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਆਏ ਹੈਗੇ ਨੇ। ਰੋਜ਼ਗਾਰ ਦੀ ਭਾਲ ਦੇ ਵਿੱਚ, ਚੰਗੇ ਕੰਮਕਾਰ ਦੀ ਭਾਲ ਦੇ ਵਿੱਚ, ਚੰਗੇ ਭਵਿੱਖ ਦੀ ਭਾਲ ਦੇ ਵਿੱਚ ਹਜ਼ਾਰਾਂ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਦੀ ਧਰਤੀ ਤੇ ਹੈਗੇ ਨੇ। ਪਰ ਇੱਥੇ ਆ ਕੇ ਕਿਹੋ ਜਿਹੇ ਇਹਨਾਂ ਦੇ ਕੰਮਕਾਰ ਨੇ, ਕਿਹੋ ਜਿਹਾ ਇਹਨਾਂ ਦੇ ਇੱਥੇ ਹਾਲਾਤ ਹੈਗੇ ਨੇ, ਉਹ ਜਾਣਨ ਦੇ ਵਾਸਤੇ ਅਸੀਂ ਪੁੱਜੇ ਹੈਗੇ। ਮੇਰੇ ਨਾਲ ਕੁਝ ਨੌਜਵਾਨ ਸਾਥੀ ਹੈਗੇ ਨੇ, ਉਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਕਿਵੇਂ ਉਹ ਇੱਥੇ ਪੁੱਜੇ ਨੇ, ਕੀ ਕੁਝ ਉਹਨਾਂ ਦੇ ਹਾਲਾਤ ਨੇ, ਕੀ ਜਿਹੜੇ ਸੁਪਨੇ ਉਹ ਲੈ ਕੇ ਆਏ ਸੀ ਉਹ ਪੂਰੇ ਹੁੰਦੇ ਨਜ਼ਰ ਆ ਰਹੇ ਨੇ। ਤੁਸੀਂ ਦੱਸੋ ਭਾਜੀ, ਕੀ ਕਿੱਥੋਂ ਦੇ ਰਹਿਣ ਵਾਲੇ ਹੋ, ਕੀ ਕੁਝ ਤੁਹਾਡੇ ਨਾਲ ਹੋਇਆ, ਕੀ ਏਜੰਟ ਨੇ ਕਿਹਾ ਸੀ ਔਰ ਕੀ ਕੁਝ ਵਾਪਰਿਆ? ਭਾਜੀ ਮੈਂ ਜਲੰਧਰ ਤੋਂ ਆ, ਇਹ ਜਲੰਧਰ ਸ਼ਹਿਰ ਚੋਂ। ਮੇਰੇ ਏਜੰਟ ਨੇ ਮੇਰੇ ਨਾਲ 2,40,000 ਲਿਆ ਸੀ, ਕਹਿੰਦਾ ਤੁਹਾਨੂੰ ਮੈਂ 2 ਸਾਲ ਦਾ ਵੀਜ਼ਾ ਦਊਂਗਾ। ਇੱਥੇ ਜਦੋਂ ਆਇਆ ਮੈਨੂੰ ਕੁਛ ਨਹੀਂ ਦਿੱਤਾ ਤੇ ਮੈਨੂੰ 2 ਨੰਬਰ 'ਚ ਮੈਂ ਰਹਿਣਾ ਪਿਆ ਵਾਂ। 5-7 ਵਾਰੀ ਮੈਨੂੰ ਪੁਲਿਸ ਨੇ ਵੀ ਫੜਿਆ। ਜਿੰਨੀ ਤਨਖਾਹ ਮੇਰੀ ਮੈਂ ਸਾਰੀ ਉਹਨਾਂ ਨੂੰ ਦਿੰਦਾ ਰਿਹਾ ਵਾਂ। ਇਸ ਕਰਕੇ ਹੁਣ ਪਰ ਜ਼ਿੰਦਗੀ ਨਹੀਂ ਹਾਰੀ। ਡੈਡੀ ਦੀ ਡੈਥ ਵੀ ਹੋ ਗਈ ਸੀਗੀ ਤਾਂ ਵੀ ਨਹੀਂ ਵਾਪਸ ਮੁੜਿਆ। ਸੋਚਿਆ ਸੀ ਇੱਥੇ ਹੀ ਰਹਿਣਾ ਹੁਣ, ਤੇ ਪਿੱਛੇ ਘਰ ਕੋਈ ਵੀ ਨਹੀਂ ਹੈਗਾ। ਮੰਮੀ ਆ, ਭਰਾ ਵਾ, ਬਸ ਹੋਰ ਕੋਈ ਨਹੀਂ। ਇੱਥੇ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਆ। ਮੈਂ ਭੇਜ ਦੇਵਾਂ ਤਾਂ ਉਹਨਾਂ ਨੇ ਰਾਸ਼ਨ ਰੂਸ਼ਨ ਰੋਟੀ ਲੈਣੀ ਹੈ, ਨਹੀਂ ਤਾਂ ਨਹੀਂ। ਤੇ ਕੰਮਕਾਰ ਇੱਥੇ ਇਦਾਂ ਦੇ ਹੀ ਆ। ਤੇ ਜੇ ਕਿਸੇ ਵੀਰ ਨੇ ਭੈਣ ਨੇ ਆਉਣਾ ਹੋਵੇ, 1 ਨੰਬਰ ਤੇ ਆਵੇ, ਇੱਥੇ 2 ਨੰਬਰ ਤੇ ਨਾ ਆਵੇ, ਕਾਲਿੰਗ ਤੇ ਆਵੇ, ਵੀਜ਼ੇ ਤੇ ਆਵੇ। ਇੱਥੇ ਪੁਲਿਸ ਬਹੁਤ ਤੰਗ ਕਰਦੀ ਆ। ਬੰਦੇ ਆਪਣੇ ਹੀ ਜਿਹੜੇ ਆ ਉਹ ਇਮੀਗ੍ਰੇਸ਼ਨ ਤੋਂ ਪੁਲਿਸ ਵਾਲਿਆਂ ਕੋਲ ਚੁਕਾ ਦਿੰਦੇ ਆ। ਮੈਨੂੰ ਵੀ ਚੁਕਾਇਆ 3-4 ਵਾਰੀ। ਮੈਂ ਵੀ ਪੈਸੇ ਭਰੇ ਆ। 2-2.5 ਲੱਖ ਤਾਂ ਮੈਂ ਇੱਦਾਂ ਹੀ ਖਰਾਬ ਕੀਤਾ ਵਾ। ਜਿਹੜਾ ਕੰਮ ਕਰੀ ਦਾ ਪਤਾ ਨਹੀਂ ਤਨਖਾਹ ਮਿਲਣੀ ਵੀ ਕਿ ਨਹੀਂ ਮਿਲਣੀ। ਰਾਤ ਦਾ ਕੰਮ ਕਰਦੇ 2 ਮਹੀਨੇ ਹੋ ਗਏ, ਅੱਜ ਤੱਕ ਤਨਖਾਹ ਨਹੀਂ ਮਿਲੀ। ਹਲੇ ਤੱਕ ਉਮੀਦ ਵੀ ਨਹੀਂ ਹੈਗੀ। ਦਿਨ ਲਾਈ ਜੰਨੇ ਆ ਮਿਲ ਜੂਗੀ, ਪਰ ਕੋਈ ਉਮੀਦ ਨਹੀਂ ਹੈਗੀ ਮਿਲੂਗੀ ਕਿ ਨਹੀਂ ਮਿਲੂਗੀ। ਤੁਸੀਂ ਸਿੰਘ ਸਾਹਿਬ ਦੱਸੋ, ਤੁਸੀਂ ਕਿੰਨੇ ਟਾਈਮ ਦੇ ਉੱਥੇ ਰਹਿੰਦੇ ਹੈਗੇ ਹੋ, ਕਿਹੜੇ ਸ਼ਹਿਰ ਤੋਂ ਆਏ ਸੀ, ਕਿਵੇਂ ਤੁਹਾਡਾ ਇੱਥੇ ਚੱਲ ਰਿਹਾ ਸਾਰਾ ਕੁਝ? ਮੇਰਾ ਸ਼ਹਿਰ ਜੀ ਮੋਗੇ ਦੇ ਲਾਗੇ ਬਾਘਾ ਪੁਰਾਣਾ ਸ਼ਹਿਰ ਆ ਜੀ। ਮੈਨੂੰ ਇੱਥੇ ਹੋ ਗਏ 9 ਸਾਲ ਵੀਰ ਜੀ। ਤੁਹਾਡਾ ਕੰਮ ਕਾਰ ਠੀਕ ਹੈ ਹੁਣ? ਪਿਛਲੇ 9 ਸਾਲ ਤੋਂ ਰਹਿ ਰਹੇ ਹੋ, ਕਿਵੇਂ? ਜਿਵੇਂ ਪਹਿਲਾਂ ਜਿਹੜੇ ਮਿੱਤਰ ਸੀ, ਮੁੰਡੇ ਸੀ, ਉਹਨਾਂ ਨੇ ਦੱਸਿਆ ਕਿ ਜਿਹੜੇ ਪੰਜਾਬੀ ਆ ਉਹੀ ਪੰਜਾਬੀਆਂ ਨੂੰ ਤੰਗ ਕਰਦੇ ਆ, ਤਨਖਾਹ ਨਹੀਂ ਮਿਲਦੀਆਂ ਸਮੇਂ ਸਿਰ, ਇੱਕ ਤਰੀਕੇ ਨਾਲ ਸ਼ੋਸ਼ਣ ਕਰਦੇ ਉਹਨਾਂ ਦਾ। ਹਾਂਜੀ। ਬਾਕੀ ਵੀ ਜੀ ਸਾਰੇ ਵੀ ਆਪਾਂ ਕਹਿੰਦੇ ਪੰਜੇ ਉਂਗਲਾਂ ਬਰੋਬਰ ਨਹੀਂ ਹੁੰਦੀਆਂ ਗੀਆਂ। ਸਾਰੇ ਪੰਜਾਬੀ ਵੀ ਆਪਾਂ ਮਾੜੇ ਨਹੀਂ ਕਹਿ ਸਕਦੇ। ਮਲੇਸ਼ੀਆ ਦੇ ਤਕਰੀਬਨ ਵਿੱਚ ਹੈਗੇ ਆ ਜਿਹੜੇ ਚੰਗੇ ਵੀ ਹੈਗੇ ਬਹੁਤ, ਜਿਹੜੇ ਆਪ ਪੈਸੇ ਦੇ ਕੇ ਵੀ ਕਈਆਂ ਨੂੰ ਸੈਟਲ ਕਰਦੇ ਆ ਇੱਥੇ। ਪਰ ਤਕਰੀਬਨ ਜ਼ਿਆਦਾਤਰ ਤਾਂ ਕਹਿ ਦਈਏ ਜਿਹੜੇ ਕੰਮ ਖੋਲ੍ਹੇ ਆ ਉਹ ਮਾੜੇ ਹੀ ਆ। ਦੇਖ ਕੇ ਥੋੜ੍ਹਾ ਜਿਹਾ ਜਿਵੇਂ ਆਪਾਂ ਮਾੜੀ ਜੇ ਪਤਾ ਕਰ ਲਓ ਨਾ, ਜਿਵੇਂ ਉਹਨਾਂ ਮੁੰਡੇ ਕੰਮ ਕਰਦੇ ਹੁੰਦੇ ਤਕਰੀਬਨ, ਆਪਾਂ ਨੂੰ ਥੋੜ੍ਹਾ ਨੌਲੇਜ ਲੈਣੀ ਚਾਹੀਦੀ ਵੀ ਤਨਖਾਹ ਮਿਲਦੀ ਹੈ ਕਿ ਨਹੀਂ ਮਿਲਦੀ। ਜੇ ਤਾਂ ਟਾਈਮ ਸਿਰ ਉਹ ਤਨਖਾਹ ਦੇਈ ਜਾਂਦਾ ਤਾਂ ਠੀਕ ਆ, ਤਾਂ ਕਰੀ ਚੱਲੋ ਕੰਮ, ਨਹੀਂ ਤਾਂ ਫਿਰ ਉਹਦਾ ਦੇਖ ਕੇ ਹੈ ਕਿ ਨਹੀਂ। ਹਾਂ, ਉਹ ਵੈਸੇ ਇੱਥੇ ਦੇ ਚਾਈਨੀਜ਼ ਚੰਗੇ ਆ, ਕਿਉਂਕਿ ਮੈਨੂੰ ਵੀ 9 ਸਾਲ ਹੋ ਗਏ ਚਾਈਨੀਜ਼ ਨਾਲ ਇੱਕ ਥਾਂ 'ਤੇ ਮੈਂ ਕੰਮ ਕਰਦਾ ਪਿਆ ਵਾਂ। ਉਹ ਮੈਨੂੰ ਪਰਮਿਟ ਨਿਊ ਹੋਣ 'ਤੇ ਲੇਵੀ ਫੀਸ ਵੀ ਦਿੰਦੇ ਅੱਧੀ, ਅਤੇ ਸੈਲਰੀ ਤਾਂ ਮੇਰੀ ਹੈਗੀ 1700-1800 ਰੁਪਈਆ। ਇੱਕ ਚੀਜ਼ ਮੈਨੂੰ ਦੱਸਿਓ ਤੁਸੀਂ, ਜਿਵੇਂ ਪਿਛਲੇ 9 ਸਾਲ ਤੋਂ ਇੱਥੇ ਹੈਗੇ ਹੋ, ਪਿਛਲੇ 9 ਸਾਲਾਂ 'ਚ ਤੁਸੀਂ ਕਿੰਨਾ ਕੁ ਦੇਖਿਆ ਵੀ ਕਿੰਨੇ ਕੁ ਪੰਜਾਬੀ ਮੁੰਡੇ ਜਿਹੜੇ ਇੱਥੇ ਆ ਰਹੇ ਆ, ਲਗਾਤਾਰ ਗੁਰਦੁਆਰਾ ਸਾਹਿਬ ਆਉਂਦੇ ਆ ਜਾਂ ਇੱਥੇ ਆ ਕੇ ਖੱਜਲ ਖੁਆਰ ਹੁੰਦੇ, ਕਿੰਨੇ ਕੁ ਮੁੰਡੇ ਵੇਖੇ ਤੁਸੀਂ? ਬਹੁਤ ਵੀਰ ਜੀ, ਅੱਧੋ ਵੱਧ ਤਾਂ ਮੈਂ ਆਪ ਖੁਦ ਘਰੇ ਲਿਜਾ ਕੇ ਕਈਆਂ ਨੂੰ ਵਿਚਾਰਿਆਂ ਨੂੰ ਰੱਖ ਕੇ ਇੱਥੋਂ ਜਿਹੜੇ ਟੂਰਿਸਟ ਆਉਂਦੇ ਆ, ਏਜੰਟ ਲਿਆ ਕੇ 2.5 3 ਲੱਖ ਰੁਪਈਆ ਲੈ ਕੇ ਛੱਡ ਦਿੰਦੇ ਆ। ਕਹਿੰਦੇ ਆ ਗਾਂ ਜਾਣ ਵਾਸਤੇ, ਕਹਿੰਦੇ ਪਰ ਤੁਹਾਨੂੰ ਮਲੇਸ਼ੀਆ ਲਿਜਾਵਾਂਗੇ, ਉੱਥੋਂ ਤੁਹਾਡਾ ਗਾਂ ਦਾ ਕਰਾਵਾਂਗੇ ਪ੍ਰੋਗਰਾਮ। ਪਰ ਵਿਚਾਰੇ ਉਹ ਏਜੰਟ ਕੀ ਕਰਦਾ, ਸਾਰਿਆਂ ਦੇ ਪਾਸਪੋਰਟ ਇਕੱਠੇ ਕਰਕੇ ਪੈਸੇ ਲੈ ਕੇ ਭੱਜ ਜਾਂਦੇ ਆ ਤੇ ਮੁੰਡਿਆਂ ਨੂੰ ਇੱਥੇ ਤਾਰ ਜਾਂਦੇ। ਜਿਹੜਾ ਮੇਨ ਇੱਥੇ ਮੁੰਡੇ ਲਿਆਉਣ ਦਾ ਵਸੀਲਾ ਬਣਦਾ ਏਜੰਟ, ਟੂਰਿਸਟ ਵੀਜ਼ੇ ਤੇ ਲੈ ਕੇ ਆਉਂਦੇ ਇੱਥੇ? ਮੇਨ ਟੂਰਿਸਟ ਵੀਜ਼ੇ ਤੇ ਆਉਂਦੇ ਆ ਵੀਰ ਜੀ। ਟੂਰਿਸਟ ਤੇ ਲਿਆ ਕੇ ਕਈ ਤਾਂ ਹੁਣ ਛੱਡ ਕੇ ਭੱਜ ਜਾਂਦੇ ਆ, ਕਈ ਲਿਆ ਕੇ ਛੱਡ ਦਿੰਦੇ ਆ ਵੀ ਥੋੜਾ ਹੌਲੀ ਵੀਜ਼ਾ ਲਵਾਵਾਂਗੇ। ਪਰ ਜੇ ਮੈਂ ਇਹੀ ਆਨਾ ਵਾਂ, ਜੇ ਕਿਸੇ ਨੇ ਆਉਣਾ ਪਹਿਲਾਂ ਉਹਨੂੰ ਕਹੋ ਵੀ ਸਾਨੂੰ ਕਾਲਿੰਗ ਲੈਟਰ ਦੇਵੇ। ਕਾਲਿੰਗ ਦੇਖੋ, ਚੈੱਕ ਕਰੋ, ਜੇ ਤੁਹਾਡੀ ਕਾਲਿੰਗ ਨਿਕਲੀ ਆ ਤਾਂ ਹੀ ਇੱਥੇ ਆਉਣ ਦਾ ਫਾਇਦਾ ਵਾ। ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਹੈਗੀਆਂ ਨੇ, ਚਾਹੇ ਉਹ ਮੌਜੂਦਾ ਸਰਕਾਰ ਹੈ, ਚਾਹੇ ਉਹ ਪਿਛਲੀਆਂ ਸਰਕਾਰਾਂ ਰਹੀਆਂ ਨੇ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਹੈਗੀਆਂ ਨੇ, ਉਹਨਾਂ ਦੀਆਂ ਨੀਤੀਆਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜ਼ਿੰਮੇਵਾਰ ਹੈਗੇ ਨੇ ਇਹਨਾਂ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣ ਦੇ ਵਾਸਤੇ। ਇੱਕ ਨੌਜਵਾਨ ਹੋਰ ਸਾਡੇ ਨਾਲ ਇੱਥੇ ਸਾਥੀ ਆ। ਤੁਸੀਂ ਇੱਧਰ ਆਓ ਬਾਈ, ਦੱਸੋ ਤੁਸੀਂ ਕਦੋਂ ਆਏ ਸੀ, ਕਿੰਨੀ ਤੁਹਾਡੀ ਉਮਰ ਹੈ, ਕਿਹੜੇ ਪਿੰਡ ਤੋਂ ਆਏ? ਕਿਉਂਕਿ ਬੜੇ ਛੋਟੀ ਉਮਰ ਲੱਗਦੀ ਤੁਹਾਡੀ ਦੇਖਣ ਨੂੰ। ਸਰ ਮੈਂ 22 ਸਾਲ ਦਾ। ਸਰ ਮੈਂ 2 ਸਾਲ ਪਹਿਲਾਂ ਆਇਆ ਸੀ। ਮੈਨੂੰ ਟੂਰਿਸਟ 'ਤੇ ਸੱਦਿਆ ਗਿਆ। ਅਸੀਂ 3 ਜਣੇ ਆਏ ਸੀ। ਸਰ ਸਾਨੂੰ ਉਹਨਾਂ ਨੇ ਨਾ ਕਿਹਾ ਸੀ ਵੀ 1,20,000 ਰੁਪਏ ਲੈ ਲਿਆ ਸਾਡੇ ਕੋਲ। ਸਾਨੂੰ ਕਹਿੰਦੇ ਸੀ ਵੀ ਤੁਹਾਡਾ ਇੱਥੇ ਆ ਕੇ ਵੀ ਪਰਮਿਟ ਲੱਗੇਗਾ ਵਗੈਰਾ ਸਾਰਾ ਕੁਝ ਹੋਏਗਾ, ਤੇ ਸਾਡਾ ਕੋਈ ਪਰਮਿਟ ਨਹੀਂ ਲੱਗਿਆ। ਸਾਨੂੰ ਇੱਕ ਕੰਪਨੀ ਵਿੱਚ ਸੁੱਟ ਦਿੱਤਾ ਗਿਆ ਸੀ, ਉਹਦੇ ਵਿੱਚ ਸਾਡਾ ਬਹੁਤ ਹੀ ਬੁਰਾ ਹਾਲ ਹੋਇਆ ਸੀ। ਤੇ ਸਾਨੂੰ ਮੀਨਸ ਕਿ
ਗੁਰਦੁਆਰੇ ਆਏ ਥੋੜਾ ਬਹੁਤਾ ਸਾਨੂੰ ਗੁਰਦੁਆਰੇ ਵਾਲਿਆਂ ਨੇ ਸਾਂਭਿਆ ਤੇ ਸਾਨੂੰ ਕੋਈ ਦੇਖਭਾਲ ਕੋਈ ਨਹੀਂ ਤੇ ਹੈਗੀ। ਇੱਥੇ ਫਿਰ ਹੁਣ ਰਹਿਣ ਸਹਿਣ ਦਾ ਕਿਵੇਂ ਪ੍ਰਬੰਧ ਕੀਤਾ ਆਪਣਾ? ਰਹਿਣ ਸਹਿਣ ਦਾ ਜੀ ਇੱਕ ਰੂਮ ਦੇ ਵਿੱਚ ਘੱਟੋ ਘੱਟ ਵੀ 5-6 ਜਣੇ ਐਡਜਸਟ ਕਰੀਦਾ ਵਾ ਤੇ ਥੋੜਾ ਰਹਿ ਲੂ ਰਹੀਦਾ, ਮੁੰਡੇ ਥੋੜਾ ਸਾਥ ਦੇ ਦਿੰਦੇ ਤੇ ਆ। ਕੰਮ ਮਿਲਿਆ ਕੋਈ ਇਹਨੇ ਕੰਮ ਸਾਲ? ਹਾਂਜੀ ਮਿਲਿਆ, ਹਾਂਜੀ ਕੰਮ ਵਿੱਚ ਮਿਲਿਆ, ਵਿੱਚ ਥੋੜ੍ਹੀਆਂ ਸੈਲਰੀਆਂ ਵੀ ਨਹੀਂ, ਥੋੜ੍ਹੀਆਂ ਬਹੁਤੀਆਂ ਮਿਲੀਆਂ। ਜਿਹੜੇ ਪੈਸੇ ਖਰਚ ਕੇ ਆਏ ਸੀ ਉਹ ਫਿਰ ਘਰੇ ਭੇਜਿਆ ਕੁਝ, ਘਰਦਿਆਂ ਨੂੰ ਪਹੁੰਚਿਆ ਕੁਝ? ਥੋੜੇ ਬਹੁਤੇ ਭੇਜੇ ਆ ਜੀ, ਕਿਉਂਕਿ ਸੈਲਰੀ ਦੇ ਤੇ ਉਤਾਂ ਹੀ ਕੰਮ ਵੀ ਉਸ ਤਰ੍ਹਾਂ ਕਦੀ ਛੁੜ ਹੋ ਗਿਆ ਕੰਮ, ਕਦੀ ਨਹੀਂ ਹੁੰਦਾ ਗਾ, ਉਹਦੇ ਕਰਕੇ ਫਿਰ ਤੇ ਉੱਥੇ ਕੀ ਕਰਦੇ ਸੀ ਤੁਸੀਂ ਜਦੋਂ ਪੰਜਾਬ ਸੀਗੇ? ਪੜ੍ਹਦੇ ਸੀਗੇ ਜਾਂ ਕੋਈ ਕੰਮ ਕਰਦੇ ਸੀਗੇ? ਨਹੀਂ ਮੈਂ ਪੜ੍ਹਦਾ ਸੀ, ਜਿੱਦਾਂ ਪੰਜਾਬ ਪੜ੍ਹਦਾ ਸੀ, ਫਿਰ ਜੋਬ ਵਗੈਰਾ ਨਹੀਂ ਮਿਲੀ ਕੋਈ, ਤੇ ਫਿਰ ਮਲੇਸ਼ੀਆ ਆ ਗਏ ਸੀ ਤੇ ਫਿਰ ਬਹੁਤ ਤੇ ਫਿਰ ਉਹ ਜਿਹੜਾ ਲੱਖ ਰੁਪਏ ਤੋਂ ਉੱਪਰ ਦਿੱਤਾ ਤੁਸੀਂ, ਉਹ ਫਿਰ ਕਿਵੇਂ ਮੈਨੇਜ ਕੀਤਾ, ਕਿੱਦਾਂ? ਹੌਲੀ ਹੌਲੀ ਕਰਕੇ ਫਿਰ 2 ਸਾਲ ਹੋ ਗਿਆ, ਥੋੜੇ ਥੋੜੇ 10-10 15-15 ਥੋੜੇ ਕਰਕੇ ਫਿਰ ਘਰ 10 ਦੋ ਲੈ ਕੇ ਆਏ ਤੋਂ ਫਿਰ ਐਡਜਸਟ ਕੀਤੇ ਥੋੜੇ ਬਹੁਤੇ। ਹਾਂਜੀ ਉਤਰ ਗਏ ਪੈਸੇ ਮਤਲਬ ਉੱਥੋਂ? ਹਾਂਜੀ ਉੱਤਰ ਗਏ। ਠੀਕ ਹੈ। ਅੱਛਾ, ਇੱਕ ਹੁਣ ਸਾਡੇ ਨਾਲ ਸਿੰਘ ਸਾਹਿਬ ਹੈਗੇ ਨੇ ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਇੱਥੇ ਹੈਗੇ ਨੇ। ਇਹਨਾਂ ਦਾ ਕੰਮਕਾਰ ਠੀਕ ਹੈਗਾ, ਇਹਨਾਂ ਦੀ ਜ਼ਬਾਨੀ ਸੁਣਦੇ ਆ, ਇਹਨਾਂ ਦਾ ਬੜਾ ਤਜਰਬਾ ਹੈਗਾ ਕਿਉਂਕਿ ਬਹੁਤ ਮੁੰਡੇ ਇਹਨਾਂ ਦੇ ਕੋਲੇ ਆਉਂਦੇ ਨੇ, ਬਹੁਤ ਮੁੰਡਿਆਂ ਨੂੰ ਇਹਨਾਂ ਨੇ ਸਾਂਭਿਆ ਵੀ ਹੈ ਔਰ ਇਹਨਾਂ ਦੀ ਜ਼ਬਾਨੀ ਸੁਣਦੇ ਆ ਕਿ ਅਸਲ ਹਾਲਾਤ ਕੀ ਹੈਗੇ ਨੇ। ਤੁਸੀਂ ਦੱਸੋ ਭਾਜੀ, ਕੀ ਤੁਹਾਡੀ ਨਜ਼ਰੀ ਹੁਣ ਤੱਕ ਤੁਸੀਂ ਕੀ ਕੁਝ ਵੇਖਿਆ ਜਿਹੜੇ ਪੰਜਾਬੀ ਸਾਡੇ ਆਉਂਦੇ ਨੇ? ਕਿਉਂਕਿ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਕਿ ਅਸੀਂ ਆਵਾਂਗੇ, ਚਲੋ 4 ਪੈਸੇ ਬਣਨਗੇ, ਘਰ ਦੇ ਹਾਲਾਤ ਸੁਧਰਨਗੇ, ਸਾਡੇ ਹਾਲਾਤ ਸੁਧਰਨਗੇ, ਪਰ ਅਸਲ ਹਾਲਾਤ ਕੀ ਇੱਥੇ ਆ ਕੇ ਹੁੰਦੇ ਨੇ ਮੁੰਡੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਭਾਜੀ ਪਤਾ ਕੀ ਗੱਲ ਆ, ਇੱਥੇ ਜਿੰਨੇ ਵੀ ਏਜੰਟ ਆ ਨਾ, ਜਿਹੜੀ ਵੀ ਜਿੱਥੇ ਦਾ ਪੰਜਾਬ ਦੀ ਜਿਹੜੇ ਵੀ ਏਰੀਏ 'ਚ ਏਜੰਟ ਆ, ਸਿਰਫ ਉਹ ਬਹੁਤ ਝੂਠ ਤੇ ਠੱਗੀਆਂ ਮਾਰਦੇ ਆ। ਟੂਰਿਸਟ ਦਾ ਖਰਚਾ ਜਿਹੜਾ ਹੈਗਾ ਵਾ 30,000 ਰੁਪਈਆ ਜਾਂ 32,000 35,000 ਲਾ ਲਓ ਵੱਧ ਤੋਂ ਵੱਧ, ਤੇ ਉਹ ਪਰ ਮੁੰਡੇ ਕੋ 1,60,000 70,000 ਰੁਪਈਆ ਲੈ ਕੇ ਇੱਥੇ ਘੱਲਦੇ ਬੰਦੇ ਨੂੰ। ਤੇ ਇੱਥੇ ਘੱਲ ਕੇ ਬੰਦੇ ਨੂੰ ਵੀ ਜਦੋਂ 에ਅਰਪੋਰਟ ਤੇ ਬੰਦਾ ਆਉਂਦਾ, ਕਈ ਵਾਰ ਉਹ ਪਿੱਛੇ ਡਿਪੋਰਟ ਕਰ ਦਿੰਦੇ ਉਹਨਾਂ ਨੂੰ, ਤੇ ਕਦੀ ਕਦੀ ਚਲੋ ਉੱਥੇ ਸੈਟਿੰਗ ਕਰਕੇ ਤੇ ਬੰਦੇ ਨੂੰ ਬਾਹਰ ਕੱਢ ਦਿੰਦੇ ਆ। ਚਲੋ ਬਾਹਰ ਆ ਗਏ ਜਿਹੜੇ, ਉਹ ਤੇ ਬਹੁਤ ਹੀ ਜ਼ਿਆਦਾ ਹੀ ਮੁਸ਼ਕਲ 'ਚ ਰਹਿੰਦੇ ਆ ਨਾ। ਤੇ ਮੇਰੀ ਇਹੋ ਹੀ ਰਿਕੁਐਸਟ ਆ ਵੀ ਜਿਹੜਾ ਵੀ ਏਜੰਟ ਜਿਹੜਾ ਜਲੰਧਰ ਦਾ ਹੋਵੇ ਜਾਂ ਕਿਸੇ ਵੀ ਏਰੀਏ ਦਾ ਹੋਵੇ ਬੰਦਾ, ਤੇ ਮਿਹਰਬਾਨੀ ਕਰਕੇ ਪਹਿਲਾਂ ਉਹਦੀ ਇਨਕੁਆਇਰੀ ਕਰੋ ਵੀ ਉਹ ਸਹੀ ਆ ਕਿ ਨਹੀਂ ਸਹੀ। ਜੇ ਸਹੀ ਆ ਫਿਰ ਉਹਨਾਂ ਨਾਲ ਡੀਲ ਕਰੋ, ਨਹੀਂ ਤੇ ਕੁਛ ਵੀ ਨਾ ਉਹਨੂੰ ਦੱਸੋ, ਕੋਈ ਗੱਲਬਾਤ ਨਾ ਕਰੋ, ਚੁੱਪ ਕਰਕੇ ਆਪੇ ਟੂਰਿਸਟ ਆ ਗਏ ਤੇ ਆਪੇ ਚੜੋ। ਸਹੀ ਤਰੀਕੇ ਨਾਲ ਵੀ ਆਉਂਦਾ ਬੰਦਾ 1.5 ਲੱਖ ਚ ਆਉਂਦਾ ਇੱਥੇ, ਤਕਰੀਬਨ 1.5 ਲੱਖ ਦੇ ਵਿੱਚ ਹੀ ਆਉਂਦਾ ਵਾ। ਅੱਛਾ, ਤੁਹਾਨੂੰ ਇੱਥੇ ਕਿੰਨੇ ਸਾਲ ਹੋ ਗਏ ਨੇ ਭਾਜੀ, ਔਰ ਤੁਸੀਂ ਇੰਨੇ ਸਾਲਾਂ ਦੇ ਵਿੱਚ ਕੀ ਕੁਝ ਵੇਖਿਆ ਪੰਜਾਬੀਆਂ ਦੀ, ਖਾਸ ਕਰਕੇ ਮੁੰਡਿਆਂ ਦੇ ਨਾਲ? ਮੈਂ ਤੇ ਭਾਜੀ ਇੱਥੇ ਬਹੁਤ ਕੁਝ ਵੇਖਿਆ। ਪਤਾ ਕੀ ਚੱਕਰ ਆ, ਇੱਥੇ ਜਿੰਨੇ ਵੀ ਮੁੰਡੇ ਰੁਲਦੇ ਆ ਨਾ, ਬਹੁਤ ਹੀ ਉਹਨਾਂ ਨਾਲ ਮੰਦਾ ਹਾਲ ਹੁੰਦਾ। ਕਈਆਂ ਨੂੰ ਸੈਲਰੀ ਮਿਲਦੀ ਆ, ਕਈਆਂ ਨੂੰ ਨਹੀਂ ਮਿਲਦੀ, ਕਈਆਂ ਨੂੰ ਰਹਿਣ ਸਹਿਣ ਇੱਥੇ ਮਿਲਦਾ, ਕਈਆਂ ਨੂੰ ਨਹੀਂ ਮਿਲਦਾ, ਰੋਟੀ ਤੱਕ ਵੀ ਕਈ ਬਹੁਤ ਜ਼ਿਆਦਾ ਮੁਸ਼ਕਲ ਕਮਾ ਕੇ ਦੇ ਇੱਥੇ ਆ ਕੇ ਡੈਥ ਵੀ ਹੋ ਜਾਂਦੀ ਹੈ ਨਾ, ਫਿਰ ਆਪਣੇ ਤਕਰੀਬਨ ਸਾਰੇ ਮੁੰਡੇ ਪੈਸੇ ਇਕੱਠੇ ਕਰਕੇ ਉਹਦੀ ਡੈੱਡ ਬੋਡੀ ਦੇ ਭੇਜਣ ਤੇ ਘੱਟੋ ਘੱਟ ਖਰਚਾ 6-7 ਹਜ਼ਾਰ ਰੁਪਇਆ ਖਰਚਾ ਆਉਂਦਾ ਵਾ। ਉਹ ਆਪਣੇ ਮੁੰਡੇ ਚਲੋ 50-50 ਰੁਪਏ 100-100 ਪਾ ਕੇ ਵਿਚਾਰੇ ਇਕੱਠੇ ਕਰਕੇ ਕੁਛ ਫਿਰ ਕਮੇਟੀ ਦਿੰਦੀ ਆ ਤੇ ਵਿਚਾਰੇ ਬੋਡੀ ਨੂੰ ਫਿਰ ਇੰਡੀਆ ਭੇਜਿਆ ਜਾਂਦਾ ਵਾ। ਜਿਹੜੀ ਹਾਈ ਕਮਿਸ਼ਨ ਆ ਇੱਥੋਂ ਦੀ, ਉਹ ਵੀ ਬਹੁਤ ਪ੍ਰੋਬਲਮ ਕਰਦੀ ਹੈ। ਜਦੋਂ ਕੋਈ ਬੋਡੀ ਡੈੱਡ ਬੋਡੀ ਲੈ ਕੇ ਜਾਂ ਉਹਨਾਂ ਨੂੰ ਉਹਦੇ ਪੇਪਰ ਲੈ ਕੇ ਜਾਣਾ ਉਹਦੇ ਉੱਥੇ, ਉਹਨਾਂ ਨੇ ਕਹਿਣਾ ਕਿ ਨਹੀਂ ਅਜੇ ਨਹੀਂ, ਸਾਡਾ ਟਾਈਮ ਨਹੀਂ ਹੈਗਾ, ਕੱਲ ਨੂੰ ਆਇਓ। ਉਹ ਇਹ ਨਹੀਂ ਵੇਂਦੇ ਵੀ ਉਹ ਡੈੱਡ ਬੋਡੀ ਆ ਜਾਂ ਉਹਨੂੰ ਜਿੰਨੀ ਵੀ ਜਲਦੀ ਹੋ ਸਕੇ ਕੱਢ ਸਕੋ, ਤੁਸੀਂ ਉੱਥੇ ਭੇਜ ਸਕੋ। ਪਰ ਜਿਹੜਾ ਪੇਪਰ ਵਰਕ ਕਰਨਾ ਹੁੰਦਾ, ਇਹਨਾਂ ਨੇ ਵਰਕਆਊਟ ਕਰਨਾ ਹੁੰਦਾ, ਉਹਦੇ ਤੇ ਇੰਨਾ ਜ਼ਿਆਦਾ ਟਾਈਮ ਵੇਸਟ ਕਰ ਦਿੰਦੇ, ਇੰਨਾ ਜ਼ਿਆਦਾ ਟਾਈਮ ਲਾ ਦਿੰਦੇ ਆ ਨਾ, ਕੋਈ ਕਹਿਣ ਦੀ ਗੱਲ ਨਹੀਂ। ਉਹਨਾਂ ਦੇ ਪਹਿਲਾਂ ਜਾ ਕੇ ਤਰਲੇ ਲੈਣੇ ਪੈਂਦੇ, ਇੰਡੀਅਨ ਹਾਈ ਕਮਿਸ਼ਨ ਵਾਲੇ ਜਿਹੜੇ ਨੇ ਉਹਨਾਂ ਦੇ ਬਹੁਤ ਤਰਲੇ ਲੈਣੇ ਪੈਂਦੇ ਤਾਂ ਜਾ ਕੇ ਉਹ ਪੇਪਰ ਵਰਕ ਕਲੀਅਰ ਕਰਦੇ ਆ। ਅੱਛਾ, ਇੱਕ ਹੁਣ ਮੈਂ ਤੁਹਾਡੇ ਤੋਂ ਆਖਰੀ ਦੇ ਵਿੱਚ ਅਸੀਂ ਚਲੋ ਉਹਨਾਂ ਲੋਕਾਂ ਨੂੰ ਤਾਂ ਮੈਸੇਜ ਦਿੰਦੇ ਹੀ ਆ ਜਿਨ੍ਹਾਂ ਦੇ ਬੱਚੇ ਭੇਜਣੇ ਆ ਜਾਂ ਜਿਨ੍ਹਾਂ ਮੁੰਡਿਆਂ ਕੁੜੀਆਂ ਨੇ ਖੁਦ ਹੋਣਾ, ਸਰਕਾਰਾਂ ਨੂੰ ਕੀ ਅਪੀਲ ਕਰਦੇ ਤੁਸੀਂ, ਖਾਸ ਤੌਰ ਤੇ ਭਾਰਤ ਸਰਕਾਰ ਨੂੰ, ਵਿਦੇਸ਼ ਮੰਤਰਾਲੇ ਨੂੰ, ਕਿ ਜਿਹੜੇ ਇਦਾਂ ਦੇ ਮੁੰਡੇ ਹੈਗੇ ਆ ਉਹਨਾਂ ਦੇ ਹਾਲਾਤ ਸੁਧਰ ਸਕਣ ਇੱਥੇ? ਐਕਚੁਅਲੀ ਇੱਥੇ ਦਾ ਹਾਲਾਤ, ਕਿਉਂਕਿ ਸਾਡੇ ਬੰਦੇ ਵੀ ਗਲਤ ਨੇ, ਸਰਕਾਰਾਂ ਨੂੰ ਵੀ ਆਪਾਂ ਦੋਸ਼ ਨਹੀਂ ਦੇ ਸਕਦੇ। ਸਾਡੇ ਬੰਦੇ ਪਹਿਲਾਂ ਵੇਖਣ ਕਿ ਇਸ ਏਜੰਟ ਨੇ ਕਿੰਨੇ ਕੁ ਬੰਦੇ ਭੇਜੇ ਆ ਔਰ ਕਾਲਿੰਗ ਵੀਜ਼ੇ ਤੇ ਭੇਜੇ ਜਾਂ ਟੂਰਿਸਟ ਭੇਜੇ ਆ, ਇਸ ਚੀਜ਼ ਨੂੰ ਪਹਿਲਾਂ ਨੋਟਿਸ ਕਰਨ, ਪਹਿਲਾਂ ਜਾਣਨ ਚੰਗੀ ਤਰ੍ਹਾਂ, ਠੀਕ ਆ। ਕਿਉਂਕਿ ਆਪਾਂ ਏਜੰਟਾਂ ਨੂੰ ਪੈਸੇ ਦੇ ਕੇ ਆਉਂਦੇ, ਨਾ ਕਿ ਗਵਰਨਮੈਂਟਾਂ ਨੂੰ ਦੇ ਕੇ ਆਉਂਦੇ ਆ, ਠੀਕ ਹੈ ਜੀ। ਗਵਰਨਮੈਂਟਾਂ ਦਾ ਤਾਂ ਰੂਲ ਇਹੀ ਹੈ ਕਿ ਜੇ ਉਹ ਸਾਨੂੰ ਉੱਥੇ ਜੌਬਾਂ ਦੇਣ, ਸਾਨੂੰ ਇੱਥੇ ਆਉਣਾ ਨਾ ਪਵੇ। ਸਾਡੇ ਕੋਲ ਜਦੋਂ ਹੁਣ ਇੱਧਰ ਦੇ ਮੁਲਕ ਦੇ ਨਾਲ ਆਪਾਂ ਕਿਸੇ ਨਾਲ ਵੀ ਗੱਲ ਕਰਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਤੁਹਾਨੂੰ ਯਾਰ ਆਸਟ੍ਰੇਲੀਆ ਜਾਣਾ ਵਧੀਆ ਲੱਗਦਾ, ਈਜ਼ੀ ਆ, ਕੈਨੇਡਾ, ਕਿਸੇ ਵੀ ਕੰਟਰੀ ਆ, ਔਨ ਅਰਾਈਵਲ ਵੀਜ਼ਾ ਇਹਨਾਂ ਨੂੰ, ਠੀਕ, ਸਿਰਫ ਟਿਕਟ ਲੈਣ ਜਾ ਸਕਦੇ ਆ। ਔਰ ਇਹਨਾਂ ਨੂੰ ਕਹੀਦਾ ਕਿ ਜਾਓ ਤੁਸੀਂ ਆਸਟ੍ਰੇਲੀਆ ਜਾਓ, ਉੱਥੇ 4 ਪੈਸੇ, ਕਹਿੰਦੇ ਸਾਨੂੰ ਸਾਡੀ ਕੰਟਰੀ ਵਧੀਆ ਦਿੰਦੀ ਆ, ਅਸੀਂ ਕਿਸੇ ਕੰਟਰੀ 'ਚ ਜਾ ਕੇ ਕੀ ਕਰਨਾ, ਸਿਕਿਉਰ ਫੀਲ ਕਰਦੇ ਹੋ? ਹਾਂਜੀ, ਅਗਲੇ ਕਹਿੰਦੇ ਸਾਨੂੰ ਸ਼ਰਮ ਫੀਲ ਹੁੰਦੀ ਆ, ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਦੂਸਰੀ ਕੰਟਰੀ 'ਚ ਜਾ ਕੇ ਪੈਸਾ ਕਮਾਈਏ, ਕਿਉਂਕਿ ਕਹਿੰਦੇ ਸਾਡਾ ਢਿੱਡ ਇੱਥੇ ਭਰਦਾ, ਸਾਨੂੰ ਕੀ ਲੋੜ ਆ। ਹੁਣ ਸਾਡੇ ਇੰਡੀਆ ਦੇ ਹਾਲਾਤ ਇਹੋ ਜਿਹੇ ਨੇ, ਨਾ ਸਾਡੇ ਕੋਲ ਜੌਬ ਆ, ਬੇਰੋਜ਼ਗਾਰ ਬੈਠੇ ਹੋਏ ਆ, ਪੈਸਾ ਕਿੱਥੋਂ ਆਉਣਾ, ਕਿਉਂਕਿ ਗਵਰਨਮੈਂਟ ਨੇ ਤਾਂ ਪੈਸਾ ਦੇਣਾ ਨਹੀਂ,
ਔਰ ਨਾ ਕੋਈ ਕੰਪਨੀਆਂ ਨੇ ਇਦਾਂ ਦੀਆਂ ਕਿ ਕੰਮ ਵੀ ਸਾਨੂੰ ਕਰਦੇ ਪੈਸਾ ਨੇ, ਮਿਲੇ। 6000 7000 ਔਰ ਬਹੁਤ ਮੁਸ਼ਕਿਲ ਜੇ ਕੋਈ ਜੌਬ ਵੀ ਲੱਗਾ 10000 12000 ਇੰਨੀ ਤਨਖਾਹ 'ਚ ਨਹੀਂ ਸਰਦਾ। ਘਰ ਦਾ ਗੁਜ਼ਾਰਾ ਕਿੱਥੇ ਹੁੰਦਾ? ਘਰ ਦਾ ਗੁਜ਼ਾਰਾ ਤੇ ਹੁਣ ਹੋਣਾ ਹੀ ਨਹੀਂ, ਬਿਲਕੁਲ ਨਹੀਂ ਹੋਣਾ। ਇੱਕ ਗੱਲ ਹੋਰ ਆ ਜੀ, ਜਿਹੜੇ ਆਪਣੇ ਇੱਧਰ ਮੁੰਡੇ ਆ ਏਜੰਟ ਉਹਨਾਂ ਨੂੰ ਕਹਿੰਦੇ ਆ ਤੁਸੀਂ ਸਾਨੂੰ ਬੰਦਾ ਦਿਓ, ਟੂਰਿਸਟ ਸਾਨੂੰ ਬੰਦਾ ਦਿਓ, ਅਸੀਂ ਤੁਹਾਨੂੰ ਪਰ ਬੰਦੇ ਪਿੱਛੋਂ 20000 30000 ਦਿੰਦੇ ਆ। ਐਦਾਂ ਦੇ ਬੰਦਿਆਂ ਨੂੰ ਬੜਾ ਚਾਹੀਦਾ ਵੀ ਆਪਣੇ ਲਾਲਚ ਪਿੱਛੇ ਕਿਸੇ ਨੂੰ ਨਾ ਫਸਾਉਣ ਉਰੇ, ਠੀਕ ਆ ਨਾ ਜੀ, ਜੋ ਗੱਲ ਆ। ਤੁਸੀਂ ਕਿੰਨੇ ਟਾਈਮ ਤੋਂ ਇੱਥੇ ਹੈਗੇ ਹੋ? ਨਹੀਂ ਮੈਨੂੰ ਤਾਂ ਹਾਲੇ ਨਵੇਂ 6-7 ਮਹੀਨੇ ਹੋਏ ਆ, ਮੈਂ ਵਰਕ ਪਰਮਿਟ ਦੀ ਆਇਆ ਜੀ। ਮੇਰਾ ਕੰਮਕਾਰ ਚਲੋ ਸਹੀ ਆ, ਡਬਲ ਕੰਮ ਕਰਦਾ ਜੀ ਮੈਂ ਤੇ ਆ ਵੀਰ ਇਕੱਠੇ ਹੀ ਆ ਅਸੀਂ। ਤੇ ਉਹ ਕਹਿੰਦਾ ਮਤਲਬ ਕਿ ਜਿਹੜੇ ਸਹੀ ਤਰੀਕੇ ਨਾਲ ਆਉਂਦੇ ਨੇ ਚਲੋ ਉਹਨਾਂ ਦਾ ਠੀਕ ਹੈ ਵੀ ਚੰਗਾ, ਪਰ ਜਿਹੜੇ ਏਜੰਟਾਂ ਦੇ ਮਿਸਗਾਈਡ ਹੋ ਕੇ ਆਉਂਦੇ ਨੇ ਉਹ ਉਹਨਾਂ ਨੂੰ ਜ਼ਰੂਰ ਇੱਥੇ ਏਜੰਟ ਵੀ ਮਿਸਗਾਈਡ ਤਾਂ ਕਰਦੇ ਆ ਜੇ ਆਪਣੇ ਬੰਦੇ ਹਾਮੀ ਭਰਦੇ ਆ। ਇਦਾਂ ਤਾਂ ਤੁਹਾਨੂੰ ਪਤਾ ਵੀ ਕਿਤੇ ਜ਼ਿੰਮੇਵਾਰੀ ਆਪਣੀ ਹਾਂ, ਵੀ ਆਪਾਂ ਹਰੇਕ ਬੰਦੇ ਤੇ ਆਪਾਂ ਐਤਵਾਰ ਨਹੀਂ ਕਰ ਸਕਦੇ, ਅੱਖਾਂ ਬੰਦ ਕਰਕੇ ਕੋਈ ਨਹੀਂ ਐਤਵਾਰ ਕਰਦਾ। ਪਰ ਜਦੋਂ ਆਪਣਾ ਬੰਦਾ ਕੋਈ ਕਹਿੰਦਾ ਵੀ ਹਾਂ ਮੈਂ ਇੱਥੇ ਹੈਗਾ, ਮੈਂ ਸੈੱਟ ਆ, ਗੱਲ ਕੀ ਹੁੰਦੀ ਆ, ਸਿਰਫ 10 ਜਾਂ 20000 ਦਾ ਲਾਲਚ ਹੁੰਦਾ ਜੋ ਉਹਨੂੰ ਮਿਲਣਾ ਆ। ਅਗਲੇ ਦੀ ਜ਼ਿੰਦਗੀ ਦਾ ਅਗਲੇ ਦੀ ਲਾ ਤੇ ਲੱਗ ਜਾਂਦੀ ਆ। ਇਹ ਨਹੀਂ ਅਗਲਾ ਦੇਖਦਾ ਵੀ ਅਗਲਾ ਕਿਵੇਂ ਲਾ ਕੇ ਆਉਂਦਾ, ਕੋਈ ਕੱਲਾ ਕੱਲਾ ਹੁੰਦਾ, ਕੋਈ ਕਿੱਦਾਂ ਹੁੰਦਾ, ਕੀ ਹੁੰਦਾ। ਆਪਣੇ ਬੰਦੇ ਵੀ ਜ਼ਿੰਮੇਵਾਰ ਨੇ, ਆਪਾਂ ਨਿਰਾ ਪੂਰਾ ਇਹਨਾਂ ਨੂੰ ਨਹੀਂ ਕਹਿ ਸਕਦੇ ਜੀ, ਠੀਕ ਆ ਨਾ ਜੀ। ਹੁਣ ਬੰਦੇ ਨੂੰ ਆਪ ਨੂੰ ਚਾਹੀਦਾ ਹੈ ਅਗਲੇ ਨੂੰ ਸਹੀ ਗਾਈਡ ਕਰੋ। ਚਾਰ ਪੈਸੇ ਅਗਲੇ ਦੇ ਵੱਧ ਲੱਗਦੇ ਨੇ, ਉਹਦੇ ਬਾਰੇ ਨਾ ਨੌਲੇਜ ਇਕੱਠੀ ਕਰ ਵੀ ਕੀ ਉੱਥੇ ਚੱਲਦਾ ਪ੍ਰੋਸੀਜਰ, ਕੀ ਹਿਸਾਬ ਕਿਤਾਬ ਆ। ਆਪਣੇ ਜਿਹੜੇ ਵੀ ਬਿਨਾਂ ਪੁੱਛੇ ਤੋਂ ਆਉਣੇ ਆ ਨਾ, ਉਦੋਂ ਫਿਰ ਥੋੜਾ ਜਿਹਾ ਆ ਕੇ ਬੰਦੇ ਇੱਥੇ ਫਸਦੇ ਆ। ਸਰ ਇੱਕ ਨਾ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦਾ, ਬਾਕੀ ਸਾਰੀਆਂ ਗੱਲਾਂ ਤੁਹਾਨੂੰ ਐਕਸਪਲੇਨ ਕਰਤੀਆਂ ਭਾਜੀ ਹੁਣਾਂ ਨੇ, ਸਾਰੇ ਵੀਰਾਂ ਨੇ ਤੁਹਾਨੂੰ ਸਾਰੇ ਹਾਲਾਤ ਦੱਸਦੇ ਮਲੇਸ਼ੀਆ ਵਿੱਚ ਕੀ ਹੋਣ ਦਿਆ। ਮੈਨੂੰ ਵੀ ਇੱਕ ਫਾਲ ਹੋ ਗਿਆ, ਮੈਂ ਵੀ ਰੁਲ ਗਿਆ ਇੱਕ ਫਾਲ ਦੇ ਵਿੱਚ। ਇੰਨੇ ਮਾੜੇ ਦਿਨ ਜ਼ਿੰਦਗੀ 'ਚ। ਕਿਹੜਾ ਸ਼ਹਿਰ ਆਪਣਾ? ਮੇਰਾ ਭਾਜੀ ਡਿਸਟ੍ਰਿਕਟ ਹੁਸ਼ਿਆਰਪੁਰ ਆ ਤੇ ਸਿਟੀ ਦਫੂਆ ਆ ਉੱਥੇ। ਤੇ ਮੈਂ ਨਰਸਿੰਗ ਦਾ ਕੋਰਸ ਕੀਤਾ, ਪਰ ਇੱਥੇ ਮਲੇਸ਼ੀਆ ਵਿੱਚ ਬੁੱਕਤ ਨਹੀਂ ਹੈਗੀ, ਇੱਥੇ ਗਧਾ ਘੋੜਾ ਬਰਾਬਰ ਹੀ ਹੈ। ਕਿੰਨੇ ਪੈਸੇ ਖਰਚ ਗਿਆ ਸੀ ਤੁਸੀਂ? ਤੁਹਾਡਾ ਖਰਚਾ 1,25,000 ਖਰਚ ਕੇ ਆਇਆ। ਫਿਰ ਟੂਰਿਸਟ ਵੀਜ਼ੇ ਤੇ ਭੇਜਤਾ ਏਜੰਟ ਨੇ, ਕਿਹਾ ਵੀ ਇੱਥੇ ਪਰਮਿਟ ਲੱਗੂਗਾ ਤੈਨੂੰ, ਮੈਕਡੀ ਵਿੱਚ ਕੈਸ਼ੀਅਰ ਕਾਊਂਟਰ ਕੈਸ਼ੀਅਰ ਦਾ ਕੰਮ ਮਿਲੂਗਾ, 35,000 ਸੈਲਰੀ ਬਣੂਗੀ, ਰੋਟੀ ਪਾਣੀ, ਪਰ ਕੱਖ ਨਹੀਂ ਹੋਇਆ ਇੱਥੇ। ਚਲੋ ਹੁਣ ਰੋਲਦੇ ਪਏ ਆ। ਮੈਂ ਤਾਂ ਇੰਨਾ ਮੈਸੇਜ ਦੇਣਾ ਚਾਹੁੰਦਾ ਵੀ ਜੇ ਤਾਂ ਆਪਣਾ ਸਿੱਖ ਧਰਮ ਇੰਨਾ ਕੁਛ ਕਰਨ ਦੇ, ਜੇ ਤਾਂ ਗੁਰਦੁਆਰੇ ਨਾ ਹੁਣ ਇੱਥੇ ਭਾਜੀ ਵਿਦੇਸ਼ਾਂ ਵਿੱਚ ਭਾਜੀ ਇੰਨੇ ਮੁੰਡੇ ਦਿਖਦੇ ਨਾ ਰੋਂਦੇ ਫਿਰਦੇ, ਜੇਬਾਂ ਖਾਲੀ। ਮੈਂ ਵੀ ਹੁਣ ਆਇਆ ਜੇਬ ਖਾਲੀ, ਕੰਮ ਸੈਲਰੀ ਮਿਲੀ ਨਹੀਂ ਤੇ ਕੌਣ ਸੰਭੂਗਾ? ਇੱਕ ਗੁਰਦੁਆਰਾ ਸਾਹਿਬ ਦੇ ਲੋਕ ਸਾਂਭਦੇ ਆ। ਸਰਕਾਰ ਇਦਾਂ ਕਰ ਦੇਵੇ ਨਾ, ਜਾਂ ਪ੍ਰਾਈਵੇਟ ਮਹਿਕਮੇ ਵਾਲੇ ਨੌਜਵਾਨ ਬੰਦੇ ਨੂੰ ਡਿਊਟੀ ਰੱਖਦੇ ਆ, ਜਾਂ ਤਾਂ ਪੱਕਾ ਲੋੜ ਹੀ ਕਰ ਦੇਵੇ ਵੀ ਸਰਕਾਰ ਪ੍ਰਾਈਵੇਟ ਜਿਹੜਾ ਵੀ ਹੈਗਾ ਆ ਮਾਲਕ ਉਹ ਵਰਕਰ ਨੂੰ ਰੱਖੂਗਾ, ਉਹ 15,000 ਤੋਂ ਥੱਲੇ ਸੈਲਰੀ ਨਹੀਂ ਦੇਊਗਾ। ਤੇ ਬੰਦਾ ਫਿਰ ਬਾਹਰਲੇ ਮੁਲਕਾਂ 'ਚ ਆਪਣੇ ਨਾ ਭੱਜਣ, ਬੇਰੁਜ਼ਗਾਰ ਨਾ ਭੱਜਣ। ਹੁਣ ਪੜ੍ਹੇ ਲਿਖੇ ਹੋ ਗਏ, ਬਾਹਰਲੇ ਮੁਲਕਾਂ 'ਚ ਕੀ ਰੁਲ ਗਏ ਆ? ਪੈਰਾਮੀਟਰ ਸੈੱਟ ਹੋਵੇ, ਤਨਖਾਹ ਦਾ ਮਾਪਦੰਡ ਹੋਵੇ। ਸੈਟਿੰਗ ਨਹੀਂ, ਕਰਪਸ਼ਨ ਕੰਟਰੀ ਹੋ ਗਈ ਹੈ ਨਾ, ਪੂਰੀ ਕਰਪਸ਼ਨ ਫੈਲ ਗਈ ਹੈ, ਕੋਈ ਹੱਲ ਨਹੀਂ ਹੈਗਾ। ਠੀਕ ਹੈ। ਇਸ ਵਕਤ ਅਸੀਂ ਖੜੇ ਹਾਂ ਮਲੇਸ਼ੀਆ ਦੇ ਗੁਰੂ ਘਰ ਦੇ ਵਿੱਚ, ਜਿਹੜਾ ਕਿ ਪੁਲਿਸ ਗੁਰਦੁਆਰਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਜਿਹੜਾ ਗੁਰੂ ਘਰ ਹੈਗਾ ਆ 1898 ਈਸਵੀ ਦੇ ਵਿੱਚ ਫੈਡਰੇਟਡ ਮਲਾਈ ਸਟੇਟ ਪੁਲਿਸ ਦੇ ਵੱਲੋਂ ਸਥਾਪਿਤ ਕੀਤਾ ਗਿਆ ਸੀਗਾ। ਔਰ ਇਸ ਗੁਰੂ ਘਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬੜੇ ਸੁੰਦਰ, ਬੜੇ ਆਕਰਸ਼ਕ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਗਿਆ ਹੈਗਾ। ਜਿਹੜੀ ਇਸ ਦੀ ਪੁਰਾਤਨ ਇਮਾਰਤ ਸੀਗੀ ਉਸ ਨੂੰ ਹੂਬਹੂ ਕਾਇਮ ਰੱਖਿਆ ਗਿਆ। ਹਾਲਾਂਕਿ ਸਮੇਂ ਦੇ ਨਾਲ ਜਿਹੜੀ ਬਹੁਤ ਕੁਝ ਆਲੇ ਦੁਆਲੇ ਤਬਦੀਲੀਆਂ ਹੋਈਆਂ ਨੇ, ਆਲੇ ਦੁਆਲੇ ਦਾ ਜਿਹੜਾ ਨਕਸ਼ਾ ਆ ਉਹ ਚੇਂਜ ਹੋਇਆ, ਪਰ ਗੁਰੂ ਘਰ ਜਿਸ ਤਰੀਕੇ ਨਾਲ ਉਸ ਸਮੇਂ ਬਣਿਆ ਸੀ ਉਸੇ ਤਰ੍ਹਾਂ ਇਸ ਦੀ ਇਮਾਰਤ ਇਸ ਵਕਤ ਬਣੀ ਹੋਈ ਹੈਗੀ ਆ। ਔਰ ਖਾਸ ਤੌਰ ਤੇ ਜਿਹੜੀਆਂ ਸੰਗਤਾਂ ਇੱਥੇ ਜਿਹੜੇ ਖਾਸ ਮੌਕੇ ਦੇ ਉੱਤੇ ਪਹੁੰਚਦੀਆਂ ਹੈਗੇ ਨੇ। ਮੇਰੇ ਨਾਲ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਜੀ ਇਸ ਵਕਤ ਮੇਰੇ ਨਾਲ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਪੂਰੀ ਇਸ ਗੁਰੂ ਘਰ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ PTC ਚੈਨਲ ਦੇ ਉੱਪਰ ਤੁਹਾਡਾ। ਭਾਈ ਸਾਹਿਬ ਗੱਲ ਕਰੀਏ ਇਸ ਗੁਰੂ ਘਰ ਦੀ, ਜਿਸ ਤਰੀਕੇ ਨਾਲ ਅਸੀਂ ਵੇਖਿਆ ਬਾਹਰ ਬੋਰਡ ਵੀ ਲੱਗਾ 1898 ਈਸਵੀ ਦੇ ਵਿੱਚ ਇਹ ਸਥਾਪਿਤ ਹੋਇਆ ਸੀ, ਬੜਾ ਪੁਰਾਣਾ ਆ, 100 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ। ਤੁਸੀਂ ਕਦੋਂ ਤੋਂ ਇੱਥੇ ਸੇਵਾ ਦੇ ਵਿੱਚ ਹੈਗੇ ਔਰ ਥੋੜ੍ਹਾ ਜਿਹਾ ਸਾਨੂੰ ਇਸ ਦੇ ਬਾਰੇ ਹੋਰ ਜਾਣਕਾਰੀ ਦਿਓ। ਹਾਂਜੀ, ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਮੈਨੂੰ ਇੱਥੇ ਗੁਰਦੁਆਰਾ ਸਾਹਿਬ 8 ਸਾਲ ਹੋ ਗਏ ਹਨ ਸੇਵਾ ਕਰਦਿਆਂ ਨੂੰ, ਤੇ ਕਾਫੀ ਗੁਰਦੁਆਰਾ ਇਹ ਜਿਹੜਾ ਨਾ 1898 ਦਾ ਬਣਿਆ ਹੋਇਆ ਵਾ। 120 ਸਾਲ ਹੋ ਗਏ ਇਸ ਗੁਰਦੁਆਰੇ ਬਣੇ ਨੂੰ, ਪਰ ਇਸ ਦੀ ਮੁਰੰਮਤ ਕੀਤੀ ਜਾਂਦੀ ਹੈ। ਪਰ ਗੁਰਦੁਆਰੇ ਬਿਲਡਿੰਗ ਜਿਹੜੀ ਆ ਉਸੇ ਤਰ੍ਹਾਂ ਪੁਰਾਣੀ ਆ,
ਤੇ ਸਭ ਤੋਂ ਪਹਿਲਾ ਗੁਰਦੁਆਰਾ ਪੁਲਿਸਰਾ ਹਾਂਜੀ ਇੱਥੇ ਗੁਰਦੁਆਰਾ। ਤੇ ਜੋ ਪਹਿਲਾਂ ਬ੍ਰਿਟਿਸ਼ ਟਾਈਮ ਇੱਥੇ ਅੰਗਰੇਜ਼ਾਂ ਨੇ ਸੱਦੇ ਸਿੱਖ ਆਪਣੇ, ਤੇ ਅੱਜ ਤੋਂ 200 ਸਾਲ ਪਹਿਲਾਂ। ਉਸ ਤੋਂ ਬਾਅਦ ਮੁੜ ਕੇ ਉਹਨਾਂ ਨੂੰ ਪੁਲਿਸ ਦੇ ਵਿੱਚ ਤਬਦੀਲ ਕੀਤਾ ਗਿਆ ਫੌਜੀਆਂ ਨੂੰ। ਉਸ ਤੋਂ ਬਾਅਦ ਜਿੱਦਾਂ ਠਾਣਾ ਲੱਗੇ ਇੱਥੇ, ਇਸ ਕਰਕੇ ਗੁਰਦੁਆਰਾ ਪੁਲਿਸ ਵਾਲਾ ਗੁਰਦੁਆਰਾ ਵੱਜਦਾ ਹਾਂਜੀ ਹਾਈ ਸਟੇਟ। ਪੁਲਿਸ ਦੇ ਹੋਰ ਵੀ ਗੁਰੂ ਘਰ ਹੈਗੇ ਨੇ ਪੁਲਿਸ ਨਾਲ ਸੰਬੰਧਿਤ, 2-3 ਹੋਰ ਵੀ ਹੈਗੇ ਨੇ ਮਲੇਸ਼ੀਆ? ਹਾਂਜੀ 3 ਗੁਰਦੁਆਰੇ ਆ ਇੱਥੇ ਕੁਆਲਾਲੰਪਰ ਦੇ ਵਿੱਚ। ਇੱਕ ਪੁਲ ਵਾ ਜਿੱਥੇ ਪੁਲਿਸ ਦਾ ਮੇਨ ਸੈਂਟਰ ਵਾ, ਇੱਕ ਇੱਥੇ ਪਾਰਲੀਮੈਂਟ ਹੈ ਗੁਰਦੁਆਰਾ ਸਾਹਿਬ, ਇੱਕ ਹਾਈ ਸਟੇਟ ਗੁਰਦੁਆਰਾ ਸਾਹਿਬ ਹਾਂਜੀ। 3 ਗੁਰਦੁਆਰੇ ਆ। ਓਕੇ ਜੀ। ਤੇ ਗੁਰਦੁਆਰਾ ਸਾਹਿਬ ਦੀ ਅਸੀਂ ਦੇਖ ਰਹੇ ਸਾਂ, ਬੜੀ ਅੱਛੀ ਇਮਾਰਤ ਹੈ, ਬੜੀ ਸਾਫ਼ ਸਫਾਈ ਹੈ, ਬਹੁਤ ਸੁਚੱਜੇ ਤਰੀਕੇ ਨਾਲ ਪ੍ਰਬੰਧ ਕੀਤਾ ਹੈ। ਪ੍ਰਬੰਧਕੀ ਟੀਮ ਦੇ ਬਾਰੇ ਸਾਨੂੰ ਥੋੜਾ ਦੱਸੋ ਵੀ ਕਿਵੇਂ ਪ੍ਰਬੰਧ ਚੱਲਦੇ ਆ? ਹਾਂਜੀ ਪ੍ਰਬੰਧਕ ਇਸ ਤਰ੍ਹਾਂ ਕਮੇਟੀਆਂ ਬਣੀਆਂ ਹਾਂਜੀ, ਤੇ ਉਹਨਾਂ ਨੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਚੰਗਾ ਲੱਗਦਾ ਵਾ ਸਾਰਾ ਗੁਰਦੁਆਰਾ ਸਾਹਿਬ ਦਾ ਧਿਆਨ ਰੱਖਦੇ ਆ ਹਾਂਜੀ। ਟਾਈਮ ਸਿਰ ਆਉਂਦੇ ਇੱਥੇ ਗੁਰਦੁਆਰਾ ਸਾਹਿਬ, ਤੇ ਸਾਰਾ ਹੀ ਕਾਰੋਬਾਰ ਉਹਨਾਂ ਦੇ ਸਿਰ ਤੇ ਹਾਂਜੀ। ਤੁਹਾਨੂੰ 8 ਸਾਲ ਹੋ ਚੱਲੇ ਨੇ, 8 ਸਾਲ ਹੋ ਗਏ ਨੇ ਮਤਲਬ ਇੱਥੇ ਸੇਵਾ ਕਰਦੇ। 8 ਸਾਲਾਂ ਦੇ ਵਿੱਚ ਕੀ ਕੁਝ ਤਬਦੀਲੀਆਂ ਵੇਖੀਆਂ ਤੁਸੀਂ ਇੱਥੇ ਗੁਰੂ ਘਰ ਦੇ ਨਾਲ ਸੰਬੰਧਿਤ? ਹਾਂਜੀ ਕਾਫੀ ਤਬਦੀਲੀਆਂ ਵੇਖੀਆਂ ਵਾ ਵੀ ਜਿਵੇਂ ਕਿ ਜਿਵੇਂ ਸਮਾਂ ਆ ਰਿਹਾ ਉਸੇ ਤਰ੍ਹਾਂ ਸੰਗਤਾਂ ਦੀ ਸੇਵਾ ਵੱਧ ਚੜ੍ਹ ਕੇ ਪ੍ਰੋਗਰਾਮ ਜਿਹੜੇ ਆ ਉਹ ਸੰਗਤਾਂ ਗਾਂਹ ਵੱਡੇ ਲੀਕਦੀਆਂ ਵਾ। ਜਿੱਦਾਂ ਪਹਿਲਾਂ ਪ੍ਰੋਗਰਾਮ ਘੱਟ ਹੁੰਦੇ ਸੀ, ਹੁਣ ਜਿਵੇਂ ਸੰਗਤਾਂ ਦੇ ਇੱਧਰ ਰੁਚੀ ਵਧੀ ਆ ਤੇ ਕਾਫੀ ਪ੍ਰੋਗਰਾਮ ਗੁਰਦੁਆਰਾ ਸਾਹਿਬ ਹੁੰਦੇ ਆ ਹਾਂਜੀ। ਕਾਫੀ ਸੰਗਤਾਂ ਦੀ ਸੇਵਾ ਹੁੰਦੀ ਹੈ। ਠੀਕ ਹੈ ਜੀ। ਸੋ ਇਹ ਸਨ ਸਾਡੇ ਨਾਲ ਇਸ ਗੁਰੂ ਘਰ ਦੇ ਜਿਹੜੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਜੀ, ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈਗੀ ਹੈ ਸਾਨੂੰ ਇਸ ਗੁਰੂ ਘਰ ਦੇ ਬਾਰੇ 'ਚ। ਹੋਰ ਥੋੜ੍ਹੀ ਜਿਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ। ਜੋ ਗੁਰੂ ਘਰ ਦੇ ਬਾਹਰ ਇੱਕ ਲੱਗਿਆ ਹੋਇਆ ਇੱਕ ਬੋਰਡ ਲੱਗਿਆ ਹੋਇਆ ਜਿਸ ਦੇ ਉੱਪਰ ਹੋਰ ਸੰਬੰਧਿਤ ਜਾਣਕਾਰੀ ਦਿੱਤੀ ਗਈ ਆ। ਉਸ ਦੇ ਉੱਤੇ ਲਿਖਿਆ ਕਿ ਇਹ ਗੁਰੂ ਘਰ ਜਿਹੜਾ ਆ 1898 ਦੇ ਵਿੱਚ ਫੈਡਰੇਟਡ ਮਲਾਇਆ ਪੁਲਿਸ ਦੇ ਵੱਲੋਂ ਸਥਾਪਿਤ ਕੀਤਾ ਗਿਆ ਸੀਗਾ। ਔਰ ਜਿਹੜੀ ਸੈਕੰਡ ਪੁਲਿਸ ਗੁਰਦੁਆਰਾ ਆ ਇਹ ਕੁਆਲਾਲੰਪੁਰ 'ਚ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਸੀ ਜੈਲਨ ਪਾਰਲੀਮਨ ਵਿੱਚ, ਜਿਹੜਾ ਕਿ 1890 ਦੇ ਵਿੱਚ ਬਣਾਇਆ ਗਿਆ ਸੀ, ਇੱਕ ਗੁਰੂ ਘਰ ਹੋਰ ਹੈ। ਔਰ ਉਸ ਤੋਂ ਬਾਅਦ 1910 ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸ਼ਾਮ ਸਿੰਘ ਨਾਮ ਦੇ ਜਿਹੜੇ ਮੁੱਖ ਸੇਵਾਦਾਰ ਹੋਏ ਆ, ਗੁਰੂ ਸਰ ਪੰਜਾਬ ਤੋਂ ਇੱਥੇ ਆਏ ਸੀਗੇ, ਜਿਨ੍ਹਾਂ ਨੇ ਤਕਰੀਬਨ 56 ਸਾਲ ਇਸ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ। ਔਰ 1966 ਤੱਕ ਉਹ ਇੱਥੇ ਸੇਵਾ ਦੇ ਵਿੱਚ ਰਹੇ ਗਏ। 1930 ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਗੁਰੂਮੁਖੀ ਦੀਆਂ ਕਲਾਸਾਂ ਲੱਗਦੀਆਂ ਰਹੀਆਂ ਨੇ। ਔਰ 1948 ਦੇ ਵਿੱਚ ਉਹ ਜਿਹੜੀਆਂ ਕਲਾਸਾਂ ਸੀ ਤਤ ਖਾਲਸਾ ਦੀਵਾਨ ਜਿਹੜਾ ਕੁਆਲਾਲੰਪੁਰ ਦੇ ਵਿੱਚ ਸਥਿਤ ਹੈ, ਰਾਜਾ ਅਲੰਗ, ਉੱਥੇ ਉਹਨੂੰ ਸ਼ਿਫਟ ਕਰ ਦਿੱਤਾ ਗਿਆ ਸੀ। ਸੋ ਇਹ ਗੁਰੂ ਘਰ ਜਿਹੜਾ ਸੁਸਾਇਟੀਜ਼ ਐਕਟ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਉਹਦੇ ਤਹਿਤ ਇਹ ਰਜਿਸਟਰਡ ਹੈਗਾ ਆ। ਜਿਹੜਾ ਮੈਰਿਜ ਔਰ ਹੋਰ ਜਿਹੜੀਆਂ ਸਿੱਖ ਰਹੁ ਰੀਤਾਂ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਇਸ ਨੂੰ ਮਾਨਤਾ ਪ੍ਰਾਪਤ ਹੈਗੀ ਹੈ। ਮਲੇਸ਼ੀਆ ਦੇ ਵਿੱਚ 7 ਸਮੁੰਦਰ ਪਾਰ ਜਿਹੜੇ ਸਿੱਖ ਇੱਥੇ ਆ ਕੇ ਵਸੇ ਹੋਏ ਨੇ, ਕਿਵੇਂ ਉਹਨਾਂ ਨੇ ਆਪਣੇ ਧਰਮ ਨੂੰ, ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ। ਹਾਲਾਂਕਿ ਸਿੱਖਾਂ ਦੀਆਂ ਜਿਹੜਾ ਇੱਥੇ ਕੋਈ ਨਵੀਆਂ ਨਹੀਂ ਹੈਗੀਆਂ, ਸਿੱਖ ਇੱਥੇ ਬਹੁਤ ਪੁਰਾਣੇ ਆ ਕੇ ਵਸੇ ਹੋਏ ਨੇ। ਬਹੁਤ ਸਾਰੇ ਸਿੱਖ ਐਸੇ ਹੈਗੇ ਨੇ, ਜਿਵੇਂ ਭਾਈ ਸਾਹਿਬ ਦੱਸ ਰਹੇ ਸਨ ਕਿ ਜਿਹੜੇ ਕੁਆਲਾਲੰਪੁਰ ਪੁਲਿਸ ਦੇ ਚੀਫ ਹੈਗੇ ਆ ਅਮਰ ਸਿੰਘ, ਉਹ ਵੀ ਇੱਥੇ ਆਉਂਦੇ ਹੈਗੇ ਨੇ। ਹੋਰ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਨੇ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ। ਔਰ ਮਲੇਸ਼ੀਆ ਦੇ ਵਿੱਚ ਪੰਜਾਬੀਆਂ ਦਾ ਅੱਛਾ ਖਾਸਾ ਰਸੂਖ ਹੈਗਾ। ਔਰ ਉਸੇ ਰਸੂਖ ਦੇ ਨਾਲ ਪੰਜਾਬੀਆਂ ਨੇ ਆਪਣੇ ਧਰਮ ਨੂੰ, ਆਪਣੇ ਵਿਰਸੇ ਨੂੰ, ਆਪਣੇ ਸੱਭਿਆਚਾਰ ਨੂੰ ਇਸੇ ਤਰੀਕੇ ਨਾਲ ਬਚਾ ਕੇ ਰੱਖਿਆ।